दिलां अंदर खिड़ी गुलजार जी आया, दिलां अंदर खिड़ी गुलजार जी आया, तुसीं आए तुहाडा प्यार जी आया, तुसीं आए तुहाडा प्यार जी आया। सत श्री अकाल जी, मैं रीना सुमन एक बार फिर तो तुहाडे रूबरू आ लैके प्रोग्राम शब्द लोक। जी हाँ, इस प्रोग्राम के जरिए असीं उन्हां खास शख्सियतां दे नाल गलबात करदे हां जिन्हां ने पंजाबी साहित्य दे विच बहुत ही वडमुला योगदान पाया है। पंजाबी माँ बोली बारे गलबात करदे हां। जे गल कीती जावे भारत दी तां भारत विच बहुत सारियां भाषावां जिहड़ियां ने बोलियां जांदियां ने ते जदों गल आउंदी है साहित्य दी, अदब दी, ਤਾਂ पंजाब विच जिसनूं बहुत ही ज़्यादा हरमन प्यारा मन्निया जाता है, प्यार दिता जाता है, वो है पंजाबी साहित्य। जी हाँ, पंजाबी साहित्य दे नाल असीं सांझ पाउंदे हां ते साडे स्टूडियो दे विच खास मेहमान आउंदे ने, असीं उन्हां दे नाल गलबात करदे हां। सो इसे कड़ी दी तहत अज साडे नाल जुड़ चुके ने साडे अज दे मेहमान मैडम सविंदर संधू जी। ते फिर आओ जी उन्हां नूं जी आयां आखदे हां। सत श्री अकाल मैम, तुहाडा बहुत बहुत स्वागत। थैंक यू जी, धन्यवाद मैम। तुहाडा बहुत बहुत असीं जी आयां आखदे हां कि अज तुसीं अपने कीमती रुझेविਆਂ ਦੇ ਵਿੱਚੋਂ कुछ ਸਮਾਂ ਜਿਹੜਾ ਆ ਸਾਡੇ ਇਸ ਸ਼ੋਅ ਨੂੰ ਦਿੱਤਾ ਹੈ। ਜੇ ਮੈਮ ਗੱਲ ਕੀਤੀ ਜਾਵੇ ਤੁਹਾਡੇ ਸਾਹਿਤਿਕ ਸਫ਼ਰ ਦੀ ਤਾਂ ਪਹਿਲਾਂ ਝਾਤ ਪਾਉਂਦੇ ਆ ਕਿ ਹੁਣ ਤੱਕ ਤੁਸੀਂ ਮਾਂ ਬੋਲੀ ਦੀ ਸੇਵਾ ਕਰ ਚੁੱਕੇ ਹੋ। ਸਾਹਿਤਿਕ ਸਫ਼ਰ ਤੁਹਾਡਾ ਕਿਹੋ ਜਿਹਾ ਰਿਹਾ, ਉਸ ਬਾਰੇ ਸਾਡੇ ਦਰਸ਼ਕਾਂ ਨੂੰ ਥੋੜਾ ਵਿਸਥਾਰ ਨਾਲ ਦੱਸੋ। ਮੇਰਾ ਸਾਹਿਤਿਕ ਸਫ਼ਰ ਬੜਾ ਸੁਹਾਵਣਾ ਰਿਹਾ ਜੀ। 2017 ਵਿੱਚ ਮੇਰੀ ਪਹਿਲੀ ਕਿਤਾਬ ਬੁੱਲਾਪੁਰੇ ਦੀ ਵਾਦ ਜੀ ਆਈ ਸੀ। ਉਸ ਤੋਂ ਬਾਅਦ 2019 ਵਿੱਚ ਅਗਲੀ ਕਿਤਾਬ ਸੁਪਨ ਬਲੌਰੀ ਜੀ ਮਾਂ ਬੋਲੀ ਦੇ ਚਰਨਾਂ ਵਿੱਚ ਅਰਪਣ ਕੀਤੀ। ਜੀ 2020 ਵਿੱਚ ਮੈਂ 2 ਕਿਤਾਬਾਂ ਲਿਖੀਆਂ। ਇਹ ਕਾਵਿ ਸੰਗ੍ਰਹਿ ਸੀ ਕਿਰਨ ਪਾਤ ਅਤੇ ਦੂਸਰੀ ਇੱਕ ਕਿਤਾਬ ਹੋਰ ਸੀਗੀ ਵਾਰਤਕ ਦੀ ਜਿਉਂਦੇ ਸ਼ਹੀਦ। ਜੀ ਆਪਾਂ 2021 ਵਿੱਚ ਵਿਚਰ ਰਹੇ ਹਾਂ। ਬੜੀ ਉਮੀਦ ਹੈ ਮੇਰੀ ਕਿਤਾਬ ਮਹੀਨੇ ਤੱਕ ਅਗਲੀ ਕਿਤਾਬ ਆ ਜਾਏਗੀ ਜਿਹਦਾ ਨਾਮ ਹੈ ਕਾਵਿ ਮਣੀ। ਜੀ 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 ਮੈਮ, ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਹੁਣ ਤੱਕ ਤੁਸੀਂ ਪੰਜਾਬੀ ਮਾਂ ਬੋਲੀ ਦੀ ਕਾਫੀ ਸੇਵਾ ਕਰ ਚੁੱਕੇ ਹੋ, ਸੋ ਕਾਫੀ ਲੰਮਾ ਪੈਂਡਾ ਜਿਹੜਾ ਤੁਸੀਂ ਤੈਅ ਕਰ ਚੁੱਕੇ ਹੋ। ਤੇ ਗੱਲ ਕੀਤੀ ਜਾਵੇ ਤੁਹਾਡੇ ਹੁਣ ਸਾਹਿਤਿਕ ਸਫ਼ਰ ਦੀ, ਤੇ ਇਸ ਦੀ ਸ਼ੁਰੂਆਤ ਤੁਸੀਂ ਕਦੋਂ ਕੀਤੀ, ਕਦੋਂ ਲੱਗਿਆ ਸਵਿੰਦਰ ਕੌਰ ਸੰਧੂ ਨੂੰ ਕਿ ਵੀ ਮੈਨੂੰ ਲਿਖਣਾ ਚਾਹੀਦਾ ਹੈ, ਤੇ ਉਹ ਪਹਿਲੀ ਕਵਿਤਾ ਜਿਹੜੀ ਤੁਸੀਂ ਲਿਖੀ ਉਹ ਜ਼ਰੂਰ ਚੰਨ ਲਾਈਨਾਂ ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝੀਆਂ ਕਰੋ। ਬਚਪਨ ਤੋਂ ਹੀ ਜਦੋਂ ਨਿੱਕੇ ਹੁੰਦੇ ਸੀਗੇ ਜੀ ਤਾਂ ਮੇਰੇ ਅੰਦਰ ਇੱਕ ਚਾਹਤ ਔਰ ਇੱਕ ਬੇਚੈਨੀ ਜਿਹਨੂੰ ਖਲਬਲੀ ਕਹਿ ਸਕਦੇ ਹਾਂ ਇਹ ਸੀਗੀ ਕਿ ਮੈਂ ਪੜ੍ਹਾਈ ਲਿਖਾਈ ਤੋਂ ਹਟ ਕੇ ਕੁਝ ਪੜ੍ਹਾਂ ਵੀ ਤੇ ਕੁਝ ਲਿਖਾਂ ਵੀ। ਪਰੰਤੂ ਇਸ ਮੇਰੀ ਲਗਨ ਨੂੰ ਕੋਈ ਸੇਧ ਨਹੀਂ ਮਿਲ ਸਕੀ। ਜੀ ਇੱਕ ਦਿਨ ਅਚਾਨਕ ਹੀ ਸਾਉਣ ਦਾ ਮਹੀਨਾ ਸੀਗਾ ਜੀ ਤੇ ਝੜੀ ਲੱਗ ਕੇ 2-3 ਦਿਨਾਂ ਬਾਅਦ ਅਸਮਾਨ ਕੁਦਰਤ ਸਾਰੀ ਨਿਖਰੀ ਪਈ ਸੀ। ਜੀ ਮੈਂ ਆਪਣੇ ਕਮਰੇ ਦੇ ਵਿੱਚੋਂ ਨਿਕਲੀ। ਮੇਰੇ ਕਮਰੇ ਵਿੱਚ ਇੱਕ ਸੁਰਮੇਦਾਨੀ ਪਈ ਹੋਈ ਸੀਗੀ। ਜੀ ਤਾਂ ਮੈਨੂੰ ਲੱਗਾ ਕਿ ਇਹ ਮੈਂ ਕੁਝ ਅੱਜ 2-3 ਲਾਈਨਾਂ ਲਿਖ ਸਕਦੀ ਹਾਂ। ਜੀ ਜੀ ਉਦੋਂ ਮੈਂ ਇਹ ਸ਼ੁਰੂਆਤ ਕੀਤੀ, ਤੁਹਾਨੂੰ ਸੁਣਾ ਰਹੀ ਹਾਂ। ਜੀ ਤੂੰ ਸੁਰਮੇ ਦੀ ਸਲਾਈ ਅੱਖਾਂ ਵਿੱਚ ਕੀ ਪਾਈ। ਜੀ ਤੂੰ ਸੁਰਮੇ ਦੀ ਸਲਾਈ ਅੱਖਾਂ ਵਿੱਚ ਕੀ ਪਾਈ। ਜੀ ਕਿ ਅੱਖਾਂ ਦੀ ਝੜੀ ਸਾਰੀ ਕੁਦਰਤ ਧੋ ਆਈ। ਜੀ ਉਸ ਤੋਂ ਅੱਗੇ ਵਧਦਿਆਂ ਕਾਲਜ ਦੀ ਪੜ੍ਹਾਈ ਸ਼ੁਰੂ ਹੋ ਗਈ ਤੇ ਕਾਲਜ ਦੇ ਵਿੱਚ ਮੈਨੂੰ ਜਾਂਦਿਆਂ ਥੋੜਾ ਜਿਹਾ ਹੋਰ ਉਤਸ਼ਾਹ ਮਿਲਿਆ। ਜੀ ਉਹਨਾਂ ਵੇਲਿਆਂ ਦੇ ਵਿੱਚ ਅੰਤਰ ਕਾਲਜ ਡਿਬੇਟਾਂ ਔਰ ਡੈਕਲੇਮੇਸ਼ਨਸ ਮੁਕਾਬਲੇ ਹੁੰਦੇ ਸਨ। ਜੀ ਤੇ ਮੈਨੂੰ ਲਿਖਣ ਦਾ ਤੇ ਬੋਲਣ ਦਾ ਮੌਕਾ ਮਿਲ ਗਿਆ। ਯਾਨੀ ਮੈਂ ਕਹਿ ਸਕਦੀ ਹਾਂ ਕਿ ਮੇਰੇ ਅੰਦਰਲੀ ਸਿੱਕ ਨੂੰ ਅੱਖਰ ਵੀ ਮਿਲ ਗਏ ਜੀ ਤੇ ਬੋਲ ਵੀ ਮਿਲ ਗਏ। ਜੀ ਉਸ ਤੋਂ ਬਾਅਦ ਮੈਂ ਥੋੜਾ ਹੋਰ ਅੱਗੇ ਵਧੀ। ਜੀ ਜੀ ਮੈਮ, ਜੇ ਗੱਲ ਕੀਤੀ ਜਾਵੇ ਅੱਜ ਦੇ ਯੁੱਗ ਦੀ ਤਾਂ ਜਿਸ ਤਰ੍ਹਾਂ ਵੀ ਸਾਹਿਤਕਾਰ ਨੇ ਬਹੁਤ ਸਾਰੀ ਉਹਨਾਂ ਨੇ ਸਾਹਿਤ ਨੂੰ ਦੇਣ ਦਿੱਤੀ ਹੈ, ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਲੋਕ ਅਰਪਣ ਕੀਤੀਆਂ ਨੇ, ਬਹੁਤ ਅੱਛੇ ਸਾਹਿਤਕਾਰ ਨੇ। ਤੇ ਉੱਥੇ ਜੇ ਗੱਲ ਕੀਤੀ ਜਾਵੇ ਅੱਜ ਦੇ ਯੂਥ ਦੀ, IT ਦਾ ਯੁੱਗ ਹੈ, ਸੋ ਬੱਚੇ ਜਿਹੜੇ ਨੇ ਕਿਤੇ ਨਾ ਕਿਤੇ ਸਾਹਿਤ ਨਾਲੋਂ ਟੁੱਟ ਰਹੇ ਨੇ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਅੱਜ ਕੱਲ੍ਹ ਦਾ ਦੌਰ ਸਾਹਿਤ ਪੜ੍ਹਨ ਵਾਲਿਆਂ ਵਾਸਤੇ ਕੋਈ ਖੁਸ਼ਗਵਾਰ ਦੌਰ ਨਹੀਂ ਹੈ। ਜੀ ਸਾਡੀ ਯੁਵਾ ਪੀੜ੍ਹੀ ਦੀ, ਜਵਾਨ ਤਬਕੇ ਦੀ ਜ਼ਿੰਦਗੀ ਦੀ ਸ਼ੈਲੀ ਜਿਹਨੂੰ ਜੀਵਨ ਸ਼ੈਲੀ ਕਹੀਏ ਉਹ ਪੂਰੇ ਤੌਰ ਤੇ ਉਧੜੀ ਪਈ ਹੈ। ਜੀ ਸਵੇਰੇ ਉੱਠਦਿਆਂ ਸਾਰ ਮੋਬਾਈਲ, ਕੰਪਿਊਟਰ,
ਫਿਰ ਸਾਰਾ ਦਿਨ ਅੰਨੀ ਦੌੜ, ਮੁਕਾਬਲਾ ਇੰਨਾ ਹੈ, ਜ਼ਿੰਦਗੀ ਜਿਹੜੀ ਆ ਉਹ ਥੱਕ ਚੁੱਕੀ ਹੈ ਜੀ। ਬੱਚਿਆਂ ਦੇ ਕੋਲ ਵਕਤ ਹੀ ਨਹੀਂ ਕਿ ਉਹ ਸਾਹਿਤ ਨੂੰ ਪੜ੍ਹ ਸਕਣ। ਸਾਡੇ ਵੇਲੇ ਅਸੀਂ ਨਾਨਕ ਸਿੰਘ ਹੋਰਾਂ ਦੇ ਨਾਵਲ ਬੜੇ ਕਾਫੀ ਵਿਸਥਾਰ ਨਾਲ ਲਿਖੇ ਹੁੰਦੇ ਸੀ, ਜੀ ਜੀ। ਪੜ੍ਹ ਕੇ 1-2 ਦਿਨਾਂ ਵਿੱਚ ਲਗਨ ਹੁੰਦੀ ਸੀ ਕਿ ਇਹਨੂੰ ਪੜ੍ਹ ਕੇ ਫਿਰ ਖ਼ਤਮ ਕਰਨਾ ਹੈ। ਹੁਣ ਨਾ ਤਾਂ ਬੱਚਿਆਂ ਕੋਲ ਇੰਨਾ ਟਾਈਮ ਹੈ ਜੀ, ਤੇ ਨਾ ਹੀ ਉਹ ਟਾਈਮ ਕੱਢਦੇ ਆ ਹੋਰਨਾਂ ਗੱਲਾਂ ਵਾਸਤੇ ਟਾਈਮ ਕੱਢ ਸਕਦੇ ਆ। ਸਾਹਿਤ ਪੜ੍ਹਨ ਵਿੱਚ ਖਾਸ ਕਰਕੇ ਪੰਜਾਬੀ ਸਾਹਿਤ ਵੱਲੋਂ ਉਹਨਾਂ ਨੇ ਮੂੰਹ ਮੋੜ ਲਿਆ ਹੈ ਜੀ। ਕੁਝ ਇੱਕ ਮਜਬੂਰੀਆਂ ਹਨ ਜੀ, ਜਿਵੇਂ ਟਾਈਮ ਨਾ ਮਿਲਣਾ, ਹੋਰ ਪੜ੍ਹਾਈ ਵੀ ਇਹੋ ਜਿਹੀ ਕੁਛ ਹੋ ਗਈ ਹੈ ਕਿ ਬੋਝ ਬਹੁਤ ਆ। ਜੀ, ਫਿਰ ਫਿਰ ਜ਼ਿੰਦਗੀ ਵੀ ਇਹੋ ਜਿਹੀ ਆ, ਕੁਝ ਬੱਚੇ ਪੜ੍ਹਦੇ ਨੌਕਰੀਆਂ ਜਾਂ ਇੱਧਰ ਉੱਧਰ ਹੱਥ ਪੈਰ ਹੋਰ ਵੀ ਜ਼ਿੰਮੇਵਾਰੀਆਂ 'ਚ ਮਾਰਦੇ ਨੇ। ਜੀ ਜੀ। ਪਰੰਤੂ ਲਾਈਫ ਸਟਾਈਲ ਜਾਂ ਜੀਵਨ ਸ਼ੈਲੀ ਤੋਂ ਇਲਾਵਾ ਵੀ ਕੁਝ ਉਹਨਾਂ ਦੀ ਦਿਲਚਸਪੀ ਜਿਹੜੀ ਆ ਉਹ ਪੰਜਾਬੀ ਸਾਹਿਤ ਪੜ੍ਹਨ ਦੇ ਵਿੱਚ ਬਹੁਤ ਘੱਟ ਹੋ ਗਈ ਹੈ। ਉਹ ਬੇਮੁਖ ਹੋ ਚੁੱਕੇ ਨੇ ਪੰਜਾਬੀ ਸਾਹਿਤ ਤੋਂ। ਜੀ ਤੇ ਇਹ ਗੱਲ ਜਿਹੜੀ ਆ ਇਹ ਪਰੇਸ਼ਾਨੀ ਵਾਲੀ ਹੈ। ਜੀ ਜੀ ਜੀ। ਮੈਮ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਵੀ ਤੁਸੀਂ ਸ਼ੁਰੂਆਤ ਦੇ ਵਿੱਚ ਲਿਖਣਾ ਸ਼ੁਰੂ ਕੀਤਾ ਸੀ ਤੇ ਉਸ ਤੋਂ ਬਾਅਦ ਕੁਝ ਨਾ ਕੁਝ ਕਾਰਨ ਰਹੇ ਹੋਣਗੇ ਕਿ ਤੁਸੀਂ ਲਿਖਣਾ ਕੁਝ ਸਮੇਂ ਲਈ ਛੱਡ ਦਿੱਤਾ ਸੀ। ਵਿਆਹਤਾ ਜੀਵਨ ਤੋਂ ਬਾਅਦ ਕਾਫੀ ਤਬਦੀਲੀਆਂ ਆ ਜਾਂਦੀਆਂ ਨੇ, ਸੋ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਾਫੀ ਤਬਦੀਲੀਆਂ ਆਈਆਂ ਤੇ ਇਹੋ ਜਿਹਾ ਕਿਹੜਾ ਮੋੜ ਆਇਆ ਕਿ ਜਦੋਂ ਫਿਰ ਤੋਂ ਲੱਗਿਆ ਕਿ ਸਵਿੰਦਰ ਸੰਧੂ ਨੂੰ ਹੁਣ ਦੁਬਾਰਾ ਤੋਂ ਲਿਖਣਾ ਜਿਹੜਾ ਹੈ ਸ਼ੁਰੂ ਕਰਨਾ ਚਾਹੀਦਾ ਹੈ? ਮੇਰੇ ਸਹੁਰਿਆਂ ਦਾ ਪਰਿਵਾਰ ਤਕਰੀਬਨ ਨਹੀਂ 6ਵੀਂ ਪੀੜ੍ਹੀ ਹੈ ਫੌਜ ਵਿੱਚ, ਫੌਜ ਦੀ ਸੇਵਾ ਕਰਦਿਆਂ ਹੋਇਆਂ। ਜੀ। 1971 ਵਿੱਚ ਹਿੰਦ ਪਾਕ ਦੇ ਯੁੱਧ ਦੌਰਾਨ ਮੇਰੇ ਜੇਠ ਸਾਹਿਬ ਉਦੋਂ ਮੇਜਰ ਸੀਗੇ ਜੀ, ਤੇ ਉਹ ਬੜੇ ਯਾਨੀ ਘਮਾਸਾਨ ਯੁੱਧ ਹੋਇਆ ਸੀ ਹੁਸੈਨੀ ਵਾਲਾ ਬਾਰਡਰ ਤੇ, ਉੱਥੇ ਤਾਇਨਾਤ ਸੀਗੇ ਜੀ। ਅਤੇ ਮੇਰੇ ਪਤੀ ਸ਼ਕਰਗੜ੍ਹ ਏਰੀਆ ਦੇ ਵਿੱਚ ਤਾਇਨਾਤ ਸਨ ਜੀ। ਤੀਸਰੇ ਕੁ ਦਿਨ ਇੱਕ ਖਬਰ ਆਈ ਮੇਜਰ ਕਮਲਜੀਤ ਸਿੰਘ ਦੇ ਬਾਰੇ, ਜੋ ਮੇਰੇ ਜੇਠ ਸਾਹਿਬ ਸਨ, ਲਾਪਤਾ, ਓਬਲੀਕ ਜੰਗੀ ਕੈਦੀ, ਓਬਲੀਕ ਸ਼ਹੀਦ। ਇਹ ਖਬਰ ਜਿਹੜੀ ਆ ਇਹ ਇੰਨੀ ਕੁ ਵੇਗ ਸੀਗੀ, ਸਾਨੂੰ ਨਹੀਂ ਸੀ ਪਤਾ ਲੱਗਾ ਕਿ ਅਸੀਂ ਹੱਸੀਏ ਕਿ ਰੋਈਏ। ਸਾਡਾ ਸਾਰਾ ਪਰਿਵਾਰ ਬਹੁਤ ਦੁੱਖ ਦੇ ਸਮੇਂ ਦੇ ਰਾਹੀਂ ਗੁਜ਼ਰਿਆ ਸੀਗਾ, ਬਹੁਤ ਦੁਖੀ ਸੀਗਾ ਤੇ ਨਾ ਹੱਸਦਾ ਸੀ ਨਾ ਰੋਂਦਾ ਸੀ, ਨਾ ਇੱਧਰ ਦਾ ਨਾ ਉੱਧਰ ਦਾ। ਜੀ। ਸਮਾਂ ਬੀਤਦਾ ਗਿਆ, ਇਸੇ ਤਰ੍ਹਾਂ ਹੀ ਬੀਤਦਾ ਗਿਆ ਜੀ। ਰੋਜ਼ ਉਡੀਕਦੇ ਸੀਗੇ ਦਿਨ ਚੜ੍ਹਦਾ ਤੇ ਸ਼ਾਇਦ ਅੱਜ ਕੋਈ ਖੁਸ਼ਖਬਰੀ ਆ ਜਾਏ। ਜੀ ਜੀ। ਤੇ ਸ਼ਾਮ ਤੱਕ ਉਹ ਉਮੀਦਾਂ ਦੀ ਸ਼ਮਸ਼ਾਨ ਬਣ ਕੇ ਖਤਮ ਹੁੰਦਾ ਸੀ ਜੀ। ਮੇਰੇ ਸਿਸਟਰ ਇਨ ਲਾਅ ਨੇ, ਮੇਰੀ ਜਠਾਣੀ ਸਾਹਿਬਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੇਸ ਪਾਇਆ ਹੋਇਆ ਸੀ ਆਪਣੇ ਹੱਕ ਪ੍ਰਾਪਤ ਕਰਨ ਵਾਸਤੇ ਜੀ। ਤੇ ਉਸ ਕੇਸ ਦਾ ਫੈਸਲਾ 2016 ਵਿੱਚ ਆਇਆ ਜੀ। 2016 ਵਿੱਚ ਜਿਹੜਾ ਫੈਸਲਾ ਆਇਆ ਸੀ ਉਹ ਸਾਡੇ ਉੱਤੇ ਇੱਕ ਆਫਤ ਦਾ ਫੈਸਲਾ ਸੀ। ਸਾਰੀਆਂ ਉਮੀਦਾਂ ਖਤਮ ਹੋ ਗਈਆਂ। ਇਹ ਨਹੀਂ ਸੀ ਕਿ ਸਾਡਾ ਦਿਲ ਮੰਨਦਾ ਸੀ ਕਿ ਭਾਜੀ ਕਮਲਜੀਤ ਜਾਂ ਮੇਜਰ ਕਮਲਜੀਤ ਸਿੰਘ ਨਹੀਂ ਹਨ ਜਾਂ ਹਨ, ਅਸੀਂ ਅੱਧ ਵਿਚਕਾਰ ਲਟਕੇ ਸੀਗੇ ਜੀ। ਹਾਈ ਕੋਰਟ ਨੇ ਫੈਸਲਾ ਇਹ ਕੀਤਾ, ਬਾਕੀ ਹੱਕ ਤਾਂ ਖੈਰ ਉਹਨਾਂ ਨੂੰ ਦੇ ਦਿੱਤੇ ਗਏ। ਉਹਨਾਂ ਨੇ ਇਸ ਫੈਸਲੇ ਵਿੱਚ ਇਹ ਲਿਖਿਆ ਕਿ ਅੱਜ ਤੋਂ ਮੇਜਰ ਕਮਲਜੀਤ ਸਿੰਘ ਨੂੰ ਸ਼ਹੀਦ ਕਰਾਰ ਦਿੱਤਾ ਗਿਆ ਜੀ। ਸਾਨੂੰ ਇੰਝ ਲੱਗਾ ਕਿ ਉਹ ਜਿਹੜੇ 2-3 ਜਾਂ 5-7 ਕਾਗਜ਼ ਨੇ ਉਹ ਮੌਤ ਦੀ ਖਬਰ ਲੈ ਕੇ ਆਏ ਨੇ ਉਸ ਦਿਨ ਜੀ। ਉਸ ਤੋਂ ਪਹਿਲਾਂ ਕਮਲ ਜਿੰਦਾ ਸੀ ਸਾਡੇ ਵਾਸਤੇ ਜੀ। ਉਸ ਦਿਨ ਕਮਲ ਸ਼ਹੀਦ ਹੋਇਆ ਜੀ। ਮੇਜਰ ਕਮਲਜੀਤ ਸਿੰਘ 16 ਚ ਸ਼ਹੀਦ ਹੋਇਆ ਸਾਡੇ ਲਈ ਜੀ। ਸਾਡਾ ਸਾਰਾ ਪਰਿਵਾਰ ਬਿਖਰ ਗਿਆ, ਜਿੱਥੇ ਜਿੱਥੇ ਵੀ ਸੀ ਕੋਈ ਖਬਰ ਤਾਂ ਪਹੁੰਚ ਜਾਂਦੀ ਹੈ ਜੀ ਜੀ। ਤੇ ਉਹ ਜਿਹੜੇ ਕਾਗਜ਼ ਸੀਗੇ ਉਹ ਸਾਨੂੰ ਇੰਝ ਲੱਗੇ ਜਿਵੇਂ ਕਮਲ ਦਾ ਤਾਬੂਤ ਆਇਆ ਹੁੰਦਾ ਜੀ। ਮੈਂ ਤੇ ਮੇਰੇ ਪਤੀ ਬਹੁਤ ਫੁੱਟ ਰੋਏ ਤੇ ਇੰਝ ਲੱਗਾ ਸਾਨੂੰ ਕਿ ਸਾਰਾ ਇੰਨੇ ਸਾਲਾਂ ਦਾ 45-50 ਸਾਲਾਂ ਦਾ ਜਿਹੜਾ ਦਰਦ ਹੈ ਉਹ ਵਗ ਤੁਰਿਆ ਜੀ। ਇੱਕ ਅੱਧੇ ਦਿਨ ਵਿੱਚ ਮੈਨੂੰ ਲੱਗਾ ਕਿ ਮੈਂ ਕੁਝ ਲਿਖਾਂ ਉਹਨਾਂ ਬਾਰੇ ਤਾਂ ਕਿ ਮੇਰਾ ਦਿਲ ਥੋੜਾ ਬਹਿਲ ਜਾਵੇ ਜੀ ਜੀ। ਤੇ ਮੈਂ ਕਵਿਤਾ ਲਿਖੀ ਸ਼ਹੀਦ ਕਮਲ ਜੀ।
ਉਹਦੇ ਵਿੱਚੋਂ ਮੈਂ ਤੁਹਾਨੂੰ ਚੰਦ ਇੱਕ ਲਾਈਨਾਂ ਸੁਣਾਉਣਾ ਚਾਹਾਂਗੀ। ਜੀ ਜੀ। ਕਮਲ ਨਾਲ ਖਿੜਦਾ ਸੀ ਪਰਿਵਾਰ, ਜੀ। ਕਮਲ ਨਾਲ ਖਿੜਦਾ ਸੀ ਪਰਿਵਾਰ, ਨਾਲੇ ਹੱਸੇ ਘਰ ਬਾਰ। ਕਮਲ ਬਿਨ ਮੁਰਝਾਇਆ ਪਰਿਵਾਰ, ਮੁਰਝਾਇਆ ਪਰਿਵਾਰ, ਯਾਦ ਕਰੇ ਘਰ ਬਾਰ। ਜੀ। ਕਹਿੰਦੇ ਨੇ ਸ਼ਹੀदों की चिताओं पे लगते ने हर बरस मेले। ਤੇ ਇਹਦੇ ਬਾਰੇ ਮੈਂ ਆਪਣੇ ਸਿਸਟਰ ਇਨ ਲਾ ਦੀ, ਜਠਾਣੀ ਦੇ ਦਿਲ ਦੀ ਗੱਲ ਜੀ ਕਹਿ ਰਹੀ ਹਾਂ ਕਵਿਤਾ ਦੇ ਰਾਹੀਂ। ਜੀ। ਕਿ ਤੁਸੀਂ ਸਾਥੀ ਦਿੱਤਾ ਮੈਨੂੰ, ਆਪਣੇ ਹਸਬੈਂਡ ਨੂੰ ਯਾਦ ਕਰਕੇ ਕਹਿੰਦੇ ਆ, ਤੁਸੀਂ ਸਾਥੀ ਦਿੱਤਾ ਮੈਨੂੰ ਨਾਮ ਬਿਰਹੜਾ, ਮੈਂ ਤੇ ਉਹ ਮੇਲਾ ਵੇਖਣ ਜਾਂਦੇ ਤੇ ਕਹਿੰਦੇ ਸ਼ਹੀਦ ਕਮਲ ਅਜੇ ਨਾ ਮੁਰਝਾਇਆ। ਸ਼ਹੀਦ ਸਦਾ ਹੀ ਜਿੰਦਾ ਰਹਿੰਦੇ ਨੇ, ਨਹੀਂ ਮੁਰਝਾਉਂਦੇ। ਜੀ 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 ਮੈਮ, ਜਿਸ ਤਰ੍ਹਾਂ ਤੁਸੀਂ ਆਪਣੀਆਂ ਕਵਿਤਾਵਾਂ ਦੇ ਵਿੱਚ ਬਹੁਤ ਸਾਰੇ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਦੇ ਹੋ, ਤੇ ਪਹਿਲੀ ਤੁਹਾਡੀ ਜਿਹੜੀ ਪੁਸਤਕ ਆਈ ਸੀਗੀ ਉਹ ਸੀਗੀ ਬੁੱਲਾਪੁਰੇ ਦੀ ਵਾਦਾ। ਜੀ। ਤੇ ਉਹਦੇ ਵਿੱਚ ਤੁਸੀਂ ਇੱਕ ਲੜਕੀ ਦੇ ਮਨ ਦੇ ਵਲਵਲਿਆਂ ਨੂੰ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ। ਸੋ ਕਿਸ ਤਰ੍ਹਾਂ ਉਹ ਖਿਆਲ ਤੁਹਾਡੇ ਮਨ ਵਿੱਚ ਆਇਆ? ਔਰਤ ਦੀ ਉਮਰ ਦਾ ਚਾਹੇ ਪੜਾ ਕਿਸੇ ਵਿੱਚ ਵੀ ਹੋਵੇ, ਜੀ, ਚਾਹੇ ਬੱਚੀ ਹੋਵੇ, ਚਾਹੇ ਜਵਾਨ ਉਮਰ ਹੋਵੇ, ਤੇ ਚਾਹੇ ਢਲਦੀ ਉਮਰ ਹੋਵੇ, ਉਹਨੂੰ ਪੇਕਿਆਂ ਦੀ ਜਿਹੜੀ ਚਾਹਤ ਹੁੰਦੀ ਆ, ਉਹ ਚਾਹਤ ਕਦੇ ਵੀ ਨਹੀਂ ਢਲਦੀ। ਜੀ। ਉਹ ਉਮਰ ਦੀ ਐਸੀ ਦੀ ਤੈਸੀ ਕਰਦੀ, ਉਹਦੇ ਜਿਹੜੇ ਅੰਦਰਲੀ ਧੀ ਵਸਦੀ ਆ, ਉਹ ਸਦਾ ਹੀ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਆ। ਹਵਾ ਦੇ ਬੁੱਲੇ ਦੇ ਨਾਲ ਹਰਕਤ ਵੀ ਹੋਵੇ ਤੇ ਉਹਨੂੰ ਇਹ ਲੱਗਦਾ ਹੈ ਕਿ ਇਹ ਹਵਾ ਦਾ ਬੁੱਲਾ ਜਿਹੜਾ ਹੈ ਮੇਰੇ ਪੇਕਿਆਂ ਦੇ ਘਰੋਂ ਆਇਆ। ਜੀ। ਕੀ ਕਹਿੰਦੀ ਆ ਉਹ? ਜੀ। ਆਉਂਦੀ ਹਵਾ ਸੌਗਾਤ ਲਿਆਈ, ਆਉਂਦੀ ਹਵਾ ਸੌਗਾਤ ਲਿਆਈ, ਜਿਸ ਵੇੜੇ ਮੈਂ ਪਲੀ ਪਲਾਈ। ਜੀ। ਉਸ ਆਂਗਣ ਦੀ ਮਿੱਟੀ ਲੈ ਕੇ ਮੇਰੀ ਅੱਖ ਵਿੱਚ ਪਾ ਗਿਆ, ਮੈਨੂੰ ਫੇਰ ਰਵਾ ਗਿਆ, ਸਈਓ ਨੀ ਬੁੱਲਾਪੁਰੇ ਦੀ ਵਾਦਾ। ਇਹ ਸੁਗਾਤ ਉਹ ਸਮਝਦੀ ਆ ਉਹਦੇ ਪੇਕਿਆਂ ਤੋਂ ਆਈ ਆ, ਤੇ ਉਹ ਸੁਗਾਤ ਰਿਟਰਨ ਗਿਫਟ ਜਿਹਨੂੰ ਕਹਿੰਦੇ ਆਪਾਂ, ਸੁਗਾਤ ਦੇ ਬਦਲੇ ਵਿੱਚ ਕੀ ਕਹਿੰਦੀ ਆ? ਮੇਰਾ ਇੱਕ ਸੁਨੇਹਾ ਲੈ ਜਾ। ਜੀ। ਪੁਰੇ ਦੀ ਵਾਹ ਦੇ ਬੁੱਲੇ ਨੂੰ ਕਹਿੰਦੀ, ਮੇਰਾ ਇੱਕ ਸੁਨੇਹਾ ਲੈ ਜਾ, ਦੱਸੀ ਮੇਰੀ ਦਰਦ ਕਹਾਣੀ। ਜੀ। ਕੋਈ ਲੱਭੇ ਜੇ ਮੇਰਾ ਹਾਣੀ। ਜੀ। ਯਾਦਾਂ ਡੁੱਲਣ ਬਣ ਕੇ ਪਾਣੀ, ਵਸੇ ਬਾਬਲ ਦੀ ਨਗਰੀ ਨੀ, ਜਿੱਥੋਂ ਆਇਆ ਇਹ ਬੁੱਲਾ ਨੀ, ਬੁੱਲਾਪੁਰੇ ਦੀ ਵਾਦਾ, ਬੁੱਲਾਪੁਰੇ ਦੀ ਵਾਦਾ। ਇਹ ਕਵਿਤਾ ਮੇਰੇ ਦਿਲ ਦੇ ਬਹੁਤ ਨੇੜੇ ਹੈ। ਜੀ ਜੀ ਮੈਮ, ਜੇ ਗੱਲ ਕੀਤੀ ਜਾਵੇ ਸਾਹਿਤ ਦੇ ਵਿੱਚ ਦਲੀਪ ਕੌਰ ਟਿਵਾਣਾ ਜੀ ਹੋਣਾ ਦੀ, ਜਿਸ ਤਰ੍ਹਾਂ ਉਹਨਾਂ ਨੇ ਔਰਤਾਂ ਦੀ ਤਰਾਸਦੀ ਦੇ ਉੱਪਰ ਲਿਖਿਆ ਸੀ ਇਹੋ ਹਮਾਰਾ ਜੀਵਣਾ, ਸੋ ਤੁਸੀਂ ਵੀ ਔਰਤ ਦੇ ਵੱਖ-ਵੱਖ ਰੂਪਾਂ ਨੂੰ ਲੈ ਕੇ ਬਹੁਤ ਕੁਝ ਲਿਖਿਆ ਹੈ। ਬਹੁਤ ਸਾਰੀਆਂ ਤੁਹਾਡੀਆਂ ਕਵਿਤਾਵਾਂ ਨੇ ਜੋ ਔਰਤ ਦੇ ਵੱਖ-ਵੱਖ ਰੂਪ ਨੂੰ ਪੇਸ਼ ਕਰਦੀਆਂ ਨੇ, ਸੋ ਉਸ ਬਾਰੇ ਵੀ ਜ਼ਰੂਰ ਦੱਸੋ। ਔਰਤ ਦੇ ਜਿੱਥੇ ਕੋਮਲ ਜਜ਼ਬੇ, ਕੋਮਲ ਅਹਿਸਾਸ, ਨਜ਼ਾਕਤ ਹੁੰਦੀ ਹੈ, ਜੀ, ਉੱਥੇ ਉਹ ਆਪਣੀ ਹਸਤੀ ਬਚਾਉਣ ਤੇ ਬਰਕਰਾਰ ਰੱਖਣ ਵਾਸਤੇ ਜੀ ਸ਼ਮਸ਼ੀਰ ਵੀ ਬਣਦੀ ਹੈ। ਜੀ। ਜਿਵੇਂ ਆਪਾਂ 2012 ਵਿੱਚ ਨਿਰਭਇਆ ਦਾ ਬਹੁਤ ਦੁਖਾਂਤ ਹੋਇਆ ਸੀ, ਤੇ ਮੈਂ ਉਸ ਦੁਖਾਂਤ ਉੱਤੇ ਨਿਰਭਇਆ ਦੀ ਜ਼ਬਾਨੀ ਕੁਝ ਚੰਦ ਲਾਈਨਾਂ ਲਿਖੀਆਂ ਨੇ। ਜੀ। ਨਿਰਭਇਆ ਕੀ ਕਹਿੰਦੀ ਹੈ? ਜੀ। ਉਹ ਕਹਿੰਦੀ, ਮਰੀਆਂ ਧੀਆਂ ਨਾ ਬਣਾਓ ਨਿਰਭਇਆ, ਮਰੀਆਂ ਧੀਆਂ ਨਾ ਬਣਾਓ ਨਿਰਭਇਆ, ਜਿਉਂਦਿਆਂ ਜੀ ਨਿਰਭਇਆ ਬਣਾ ਦੇ। ਜੀ। ਜਿਉਂਦਿਆਂ ਜੀ ਨਿਰਭਇਆ ਬਣਾ ਦੇ, ਅੱਜ ਦੇ ਸ਼ਹਿਨਸ਼ਾਹ। ਜੀ। ਅੱਜ ਦੇ ਸ਼ਹਿਨਸ਼ਾਹ ਮੇਰੀ ਲਾਜ ਢੱਕਣ ਨੂੰ ਚਾਦਰ ਬਣਾ ਦੇ। ਜੀ। ਤਿੱਖੀ ਇੱਕ ਕਟਾਰ ਬਣਾ ਦੇ, ਤਿੱਖੀ ਇੱਕ ਕਟਾਰ ਬਣਾ ਦੇ, ਗੁੜੀਆ ਨਿਰਭਇਆ
ਤੇ ਦਾਦੀ ਨਾਨੀ ਨੂੰ। ਗੁੜੀਆ ਨਿਰਭਇਆ ਤੇ ਦਾਦੀ ਨਾਨੀ ਨੂੰ ਕਾਨੂੰਨ ਦੀ ਤਲਵਾਰ ਫੜਾ ਜਾ, ਅੱਜ ਦੇ ਸ਼ਹਿਨशाह ਜੀ। ਔਰਤ ਦਾ ਇਹ ਰੂਪ ਦੇਖ ਕੇ ਲੱਗਦਾ ਹੈ ਕਿ ਔਰਤ ਬੜੇ ਹੀ ਕਿਰਦਾਰ ਨਿਭਾਉਂਦੀ ਹੈ। ਇਹਦੇ ਉੱਤੇ ਵੀ ਮੈਂ ਚੰਦ ਇੱਕ ਲਾਈਨਾਂ ਬੋਲਾਂਗੀ ਜੀ। ਔਰਤ ਕਿਹੜਾ ਕਿਹੜਾ ਕਿਰਦਾਰ ਨਿਭਾਉਂਦੀ ਆਪਾਂ ਨਹੀਂ ਗਿਣ ਸਕਦੇ ਜੀ। ਕੁੱਖ ਕਿਸੇ ਦੀ, ਕੁੱਖ ਕਿਸੇ ਦੀ, ਸੁੱਖ ਕਿਸੇ ਨੂੰ। ਜੀ। ਕੁੱਖ ਕਿਸੇ ਦੀ, ਸੁੱਖ ਕਿਸੇ ਨੂੰ, ਤੇਰਾ ਕਿਹੜਾ ਕਿਰਦਾਰ, ਕਿੱਡੀ ਕਹਾਣੀ। ਬਾਬਲ ਦੇ ਮਹਿਲਾਂ ਦੀ ਲਾਡੋ ਰਾਣੀ, ਬਾਬਲ ਦੇ ਮਹਿਲਾਂ ਦੀ ਲਾਡੋ ਰਾਣੀ, ਤੇਰੇ ਬਹੁ ਕਿਰਦਾਰ, ਲੰਮੀ ਕਹਾਣੀ। ਜੀ। ਜੀ। ਜੀ ਮੈਮ, ਜੇ ਤੁਹਾਡੀ ਅਗਲੀ ਪੁਸਤਕ ਦੀ ਗੱਲ ਕੀਤੀ ਜਾਵੇ ਸੁਪਨ ਬਲੌਰੀ ਦੀ, ਤਾਂ ਬਹੁਤ ਹੀ ਅੱਛੀਆਂ ਕਵਿਤਾਵਾਂ ਦਾ ਜਿਹੜਾ ਸੰਗ੍ਰਹਿ ਹੈ ਜੋ ਤੁਸੀਂ ਦਰਸ਼ਕਾਂ ਦੀ ਝੋਲੀ ਪਾਇਆ ਹੈ, ਸਾਡੇ ਪਾਠਕਾਂ ਦੀ ਝੋਲੀ ਪਾਇਆ। ਸੋ ਉਸ ਦੇ ਵਿੱਚ ਵੀ ਬਹੁਤ ਸਾਰੀਆਂ ਅੱਛੀਆਂ ਕਵਿਤਾਵਾਂ ਨੇ। ਸੋ ਅਜਿਹੀ ਕੋਈ ਕਵਿਤਾ ਜੋ ਤੁਹਾਡੇ ਦਿਲ ਦੇ ਬਹੁਤ ਹੀ ਜ਼ਿਆਦਾ ਕਰੀਬ ਹੋਵੇ, ਉਹ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ? ਜੀ, ਜਿਵੇਂ ਇਸ ਕਿਤਾਬ ਦਾ ਨਾਮ ਹੈ ਸੁਪਨ ਬਲੌਰੀ, ਇਹਦੇ ਵਿੱਚ ਮੇਰੀ ਪਹਿਲੀ ਕਵਿਤਾ ਸੁਪਨਿਆਂ ਬਾਰੇ ਹੀ ਹੈ। ਸੁਪਨ ਬਲੌਰੀ। ਸੁਪਨੇ ਸਿਰਫ ਸੁੱਤੀਆਂ ਅੱਖਾਂ ਵਿੱਚ ਹੀ ਜੰਮਦੇ ਪਲਦੇ ਮਰਦੇ ਨਹੀਂ ਆ ਜੀ। ਜਾਗਦਿਆਂ ਅੱਖਾਂ ਸੁਪਨਿਆਂ ਵਾਸਤੇ ਇੱਕ ਕੈਨਵਸ ਹੁੰਦੀਆਂ ਨੇ। ਉਸ ਕੈਨਵਸ ਦੇ ਉੱਤੇ ਬੰਦਾ ਆਪਣੇ ਮਨ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਭਰਦਾ ਹੈ, ਕਦੀ ਗੂੜੇ, ਕਦੀ ਫਿੱਕੇ, ਕਦੀ ਮੱਧਮ, ਕਦੀ ਰੋਂਦੇ ਕੁਰਲਾਉਂਦੇ, ਤਰ੍ਹਾਂ ਤਰ੍ਹਾਂ ਦੇ ਰੰਗ ਭਰਦਾ ਹੈ। ਮੈਂ ਇਹਦੀਆਂ ਚੰਦ ਲਾਈਨਾਂ ਤੁਹਾਨੂੰ ਸੁਣਾ ਰਹੀ ਹਾਂ ਜੀ। ਪਲਕਾਂ 'ਚ ਪਲਦੇ ਸੁਪਨ ਬਲੌਰੀ, ਜੀ। ਪਲਕਾਂ 'ਚ ਪਲਦੇ ਸੁਪਨ ਬਲੌਰੀ, ਪਲ ਪਲ ਰੰਗ ਬਦਲਦੇ। ਜੀ। ਪਲਕਾਂ 'ਚ ਪਲਦੇ ਸੁਪਨ ਬਲੌਰੀ, ਪਲ ਪਲ ਰੰਗ ਬਦਲਦੇ, ਮਨ ਦੀ ਝੀਲ 'ਚ ਟੁੱਬੀ ਲਾ ਕੇ, ਮਨ ਦੀ ਝੀਲ 'ਚ ਟੁੱਬੀ ਲਾ ਕੇ ਸੁਪਨੇ ਰੰਗ ਬਦਲਦੇ। ਜੀ। ਤਾਂ ਇਹਦਾ ਅਗਲਾ ਵੀ ਇੱਕ ਪਹਿਲੂ ਹੈ ਜੀ। ਜੇ ਸੁਪਨੇ ਇਨਸਾਨ ਦੇ ਹਮਰਾਹੀ, ਹਮ ਕਦਮ ਬਣ ਕੇ ਨਾਲ ਨਾਲ ਹੀ ਤੁਰਦੇ ਨੇ ਜੀ। ਅਸੀਂ ਕਿਸੇ ਵੀ ਮੂਡ ਵਿੱਚ ਹੋਈਏ, ਚਾਹੇ ਇੱਥੇ ਬੈਠੇ ਹਾਂ, ਫਿਰ ਵੀ ਸਾਡੀਆਂ ਅੱਖਾਂ ਦੇ ਵਿੱਚ ਸੁਪਨੇ ਤਾਂ ਲਟਕੇ ਨੇ ਨਾ ਜੀ। ਤਾਂ ਇਨਸਾਨ ਦਾ ਸੋਚ ਉਡਾਰੀਆਂ ਹੀ ਤਾਂ ਸੁਪਨੇ ਹਨ ਜਾਗਦੀਆਂ ਅੱਖਾਂ ਦੇ ਜੀ। ਇਨਸਾਨ ਤੁਰਦਾ ਜਾਂਦਾ ਹੈ, ਸੁਪਨੇ ਆਉਂਦੇ ਜਾਂਦੇ ਹਨ, ਤੇ ਜਦੋਂ ਇਨਸਾਨ ਥੱਕ ਜਾਂਦਾ ਹੈ, ਵਾਟਾਂ ਕੱਟਦੇ ਸੁਪਨਿਆਂ ਨੂੰ ਵੀ ਥਕਾਵਟ ਹੋ ਜਾਂਦੀ ਹੈ ਜੀ। ਕਵਿਤਾ ਦੀਆਂ ਚੰਦ ਲਾਈਨਾਂ ਪੇਸ਼ ਨੇ ਜੀ। ਅੱਖੀਓ ਨੀ, ਅੱਖੀਓ ਨੀ ਮੇਰੀ ਸਖੀਓ ਨੀ ਜੀ। ਅੱਖੀਓ ਨੀ ਮੇਰੀ ਸਖੀਓ ਨੀ, ਜਿੰਦ ਕਹੇ ਤੂੰ ਗੀਤ ਸੁਣਾ ਦੇ ਜੀ। ਜਿੰਦ ਕਹੇ ਤੂੰ ਗੀਤ ਸੁਣਾ ਦੇ, ਨੀਂਦੜੀਏ ਤੂੰ ਲੋਰੀ ਗਾ ਦੇ ਜੀ। ਸੁਪਨੇ ਥੱਕ ਗਏ ਵਾਟਾਂ ਕੱਟਦੇ, ਸੁਪਨੇ ਥੱਕ ਗਏ ਵਾਟਾਂ ਕੱਟਦੇ। ਸੋ ਇਹ ਸੁਪਨ ਬਲੌਰੀ ਦੇ ਵਿੱਚੋਂ ਸੁਪਨ ਬਲੌਰੀ ਸੁਪਨਿਆਂ ਦੇ ਬਾਰੇ ਚੰਦ ਲਾਈਨਾਂ ਪੇਸ਼ ਨੇ ਜੀ। ਜੀ। ਜੀ ਮੈਮ, ਜੇ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਹੁਣ ਤੁਸੀਂ ਸੁਪਨ ਬਲੌਰੀ ਦੀ ਗੱਲ ਕੀਤੀ ਹੈ, ਸੋ ਬਹੁਤ ਅੱਛਾ ਲਿਖਿਆ। ਉਹਦੇ ਵਿੱਚ ਕਵਿਤਾਵਾਂ ਦੇ ਰੂਪ ਵਿੱਚ ਜੋ ਮਨ ਦੇ ਵਲਵਲੇ ਨੇ ਉਹਨਾਂ ਨੂੰ ਤੁਸੀਂ ਉਜਾਗਰ ਕੀਤਾ ਹੈ। ਇਸ ਤਰ੍ਹਾਂ ਹੀ ਤੁਹਾਡੀ ਜਿਹੜੀ ਤੀਸਰੀ ਪੁਸਤਕ ਆਈ ਆ, ਗੱਲ ਕੀਤੀ ਜਾਵੇ ਕਿਰਨਪਾਤ ਦੀ, ਸੋ ਕਿਰਨਪਾਤ ਜਿਹੜਾ ਇੱਕ ਅਜਿਹਾ ਵਿਸ਼ਾ ਹੈ ਤੇ ਜੋ ਬਾਕੀ ਵਿਸ਼ਿਆਂ ਤੋਂ ਕਾਫੀ ਹਟ ਕੇ ਸੀ ਔਰ ਪਾਠਕਾਂ ਵੱਲੋਂ ਵੀ ਇਸ ਨੂੰ ਕਾਫੀ ਜਿਹੜਾ ਪਿਆਰ ਦਿੱਤਾ ਗਿਆ। ਸੋ ਕਿਸ ਤਰ੍ਹਾਂ ਇਸ ਵਿਸ਼ੇ ਬਾਰੇ ਤੁਹਾਡੇ ਮਨ ਵਿੱਚ ਆਇਆ ਕਿ ਵੀ ਮੈਨੂੰ ਇਸ ਵਿਸ਼ੇ ਦੇ ਉੱਪਰ ਲਿਖਣਾ ਚਾਹੀਦਾ ਹੈ? ਕਿਰਨਪਾਤ ਮੇਰੀ ਪਿਛਲੇ ਸਾਲ ਕਿਤਾਬ ਆਈ ਸੀ ਜੀ। ਸਾਹਿਤਕ ਸਫ਼ਰ ਦੇ ਵਿੱਚ ਅਗਲੀ ਪੌੜੀ ਮੇਰੀ ਕਿਰਨਪਾਤ ਹੀ ਹੈ। ਕਿਰਨਪਾਤ ਜਿਵੇਂ ਸ਼ਬਦ ਜ਼ਾਹਿਰ ਕਰਦੇ ਹਨ, ਅਸੁਭਾਵਕ ਚੀਜ਼ ਦਾ ਗਿਰਨਾ
ਜਿਵੇਂ ਆਪਾਂ ਗਰਭਪਾਤ ਕਹਿ ਦਿੰਦੇ ਆ, ਉਹਨੂੰ ਆਪਾਂ ਪਾਤ ਕਹਿੰਦੇ ਆ। ਕਿਰਨਾਂ ਦਾ ਸੁਭਾਵਕ ਗਿਰਨਾ ਨਿੱਘ ਹੈ, ਕਿਰਨਪਾਤ ਹੋਣਾ ਅਸੁਭਾਵਿਕ ਹੈ, ਤੇ ਇਹ ਇੱਕ ਵਰਦੀ ਅੱਗ ਬਣ ਜਾਂਦੀ ਹੈ। ਜਿਵੇਂ ਅੱਜ ਦੇ ਦੌਰ ਦੀ, ਅੱਜ ਦੇ ਯੁੱਗ ਦੀ, ਅੱਜ ਦੀ ਸਦੀ ਦੀ ਸਭ ਤੋਂ ਵੱਡੀ ਪ੍ਰੋਬਲਮ ਕੀ ਹੈ? ਗਲੋਬਲ ਵਾਰਮਿੰਗ। ਜੀ ਜੀ। ਤਪਸ਼, ਵਰਦੀ ਅੱਗ। ਗਰਮੀਆਂ ਦਾ ਮੌਸਮ ਤਾਂ ਪਹਿਲਾਂ ਵੀ ਆਉਂਦਾ ਸੀ ਜੀ ਜੀ, ਲੇਕਿਨ ਇਹੋ ਜਿਹੀ ਗਰਮੀ ਜਿਹੜੀ ਆ ਉਹ ਬੜੀ ਨੈਚੁਰਲ ਨਹੀਂ ਹੈਗੀ, ਗੈਰ ਕੁਦਰਤੀ ਹੈ ਜੀ। ਮੈਂ ਜਿੰਨੇ ਕਿ ਇਹ ਸਾਡੇ ਕੀਟ ਪਤੰਗੇ ਕੀ, ਪਸ਼ੂ ਪੰਛੀ ਕੀ, ਬਨਸਪਤੀ ਕੀ, ਜੀ ਹਰ ਚੀਜ਼ ਜਿਹੜੀ ਆ, ਈਵਨ ਇਨਸਾਨ ਵੀ ਇਸ ਗਰਮੀ ਦੇ ਵਿੱਚ ਲੂਸ ਜਾਂਦਾ ਹੈ। ਜੀ ਜੀ ਮੈਮ, ਜੇ ਗੱਲ ਕੀਤੀ ਜਾਵੇ, ਤੁਸੀਂ ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣ ਲਈ ਹਰ ਰਿਸ਼ਤੇ ਨੂੰ, ਸਮਾਜਿਕ ਕਦਰਾਂ ਕੀਮਤਾਂ ਨੂੰ, ਹਰ ਵਿਸ਼ੇ ਨੂੰ ਲੈ ਕੇ ਲਿਖਿਆ ਹੈ। ਸੋ ਉੱਥੇ ਹੀ ਕਿਤੇ ਨਾ ਕਿਤੇ ਤੁਸੀਂ ਜਿਹੜੇ ਸ਼ਹੀਦਾਂ ਦੇ ਉੱਪਰ ਵੀ ਕਾਫੀ ਕੁਝ ਲਿਖਿਆ ਹੈ। ਸੋ ਤੁਹਾਡੀ ਇੱਕ ਜਿਹੜੀ ਪੁਸਤਕ ਆਈ ਆ, ਵਾਰਤਕ ਪੁਸਤਕ ਜਿਉਂਦੇ ਸ਼ਹੀਦ, ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਸਾਡੀਆਂ ਸਰਕਾਰਾਂ ਵੱਲੋਂ ਵੀ ਅਜਿਹੇ ਸੈਨਿਕਾਂ ਨੂੰ ਜਿਹੜਾ ਕਿਤੇ ਨਾ ਕਿਤੇ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਸੋ ਇਸ ਬਾਰੇ ਵੀ ਜ਼ਰੂਰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਜਿਉਂਦੇ ਸ਼ਹੀਦ ਦੇ ਪਹਿਲੇ 2 ਲੇਖ ਜਿਹੜੇ ਆ ਉਹ 2 ਸੈਨਿਕਾਂ ਦੇ ਉੱਤੇ ਹੈ ਜੀ। ਪਹਿਲਾ ਲੇਖ ਹੈ ਮੇਜਰ ਕਮਲਜੀਤ ਸਿੰਘ ਬਾਰੇ, ਜੋ 1971 ਦੀ ਲੜਾਈ ਦੇ ਵਿੱਚ ਜਿਨ੍ਹਾਂ ਦੇ ਬਾਰੇ ਅੱਜ ਤੱਕ ਸਾਨੂੰ ਇਹ ਨਹੀਂ ਪਤਾ ਕਿ ਉਹ ਜਿਉਂਦੇ ਨੇ ਜਾਂ ਸ਼ਹੀਦ ਹੋ ਗਏ ਨੇ ਜੀ। ਜੇ ਜਿਉਂਦੇ ਨੇ ਜੀ ਤੇ ਦੁਸ਼ਮਣ ਦੀ ਜੇਲ੍ਹ ਵਿੱਚ ਜੋ ਭੁਗਤ ਰਹੇ ਹੋਣਗੇ ਜੀ, ਪਲ ਪਲ ਮਰਦੇ ਹੋਣਗੇ, ਹਰ ਸਾਹ ਨਾਲ ਮਰਦੇ ਹੋਣਗੇ, ਫਿਰ ਜੀ ਪੈਂਦੇ ਹੋਣਗੇ ਜੀ, ਮੈਂ ਉਹਨਾਂ ਨੂੰ ਜਿਉਂਦਾ ਸ਼ਹੀਦ ਮੰਨਦੀ ਹਾਂ ਜੀ। ਉਹਨਾਂ ਦੀ ਪਤਨੀ, ਉਹਨਾਂ ਨੂੰ ਇੱਕ ਅਵਾਰਡ ਮਿਲਿਆ ਸੀ, ਉਹ ਉਹਨਾਂ ਦੀ ਖੈਰ ਵਾਰ ਤੋਂ ਪਹਿਲਾਂ, ਯੁੱਧ ਤੋਂ ਪਹਿਲਾਂ ਕੋਈ ਬਹਾਦਰੀ ਕੀਤੀ ਸੀਗੀ ਤੇ ਉਹਦੇ ਵਾਸਤੇ ਸ਼ੌਰਿਆ ਚੱਕਰ ਮਿਲਿਆ ਸੀ ਜੀ। ਮੇਰੀ ਜਠਾਣੀ ਸਾਹਿਬਾ ਨੇ ਉਹ ਸ਼ੌਰਿਆ ਚੱਕਰ ਮੇਜਰ ਕਮਲਜੀਤ ਦੇ ਜਾਣ ਤੋਂ ਬਾਅਦ ਲਿਆ ਕਿ ਉਦੋਂ ਸ਼ਹੀਦ ਨਹੀਂ ਹੋਈ। ਬੇਸ਼ੱਕ ਉਹਨਾਂ ਅਵਾਰਡ ਲਿਆ, ਲੇਕਿਨ ਉਹਨਾਂ ਦੇ ਜਿਹੜੇ ਜਜ਼ਬਾਤ ਸੀਗੇ ਉਹ ਸ਼ਹੀਦ ਹੋਏ ਜੀ। ਅਕਸਰ 50 ਸਾਲ ਦੀ ਦੌਰਾਨ ਉਹ ਤਿਲ ਮਰੀ ਜੀ, ਮਰ ਕੇ ਜੀਵੀ। ਇਹਨੂੰ ਅਸੀਂ ਜਿਉਂਦਾ ਸ਼ਹੀਦ ਕਰਾਰ ਦੇਵਾਂਗੇ। ਅੱਜ ਕੱਲ ਦੇ ਜਿਹੜੇ ਰਿਸ਼ਤੇ, ਟੁੱਟਦੇ ਰਿਸ਼ਤੇ ਨੇ, ਭਾਈਚਾਰਕ ਤੰਦ ਨੇ, ਰਿਸ਼ਤੇ ਨੇ ਜੀ, ਮੋਹ ਦੇ ਰਿਸ਼ਤੇ ਨੇ, ਜਾਂ ਫਿਰ ਸਾਡੀ ਸਰੀਰ ਦੇ 5 ਤੱਤ ਨੇ ਜੀ ਜੀ, ਕੁਦਰਤ ਦੇ 5 ਤੱਤ ਨੇ, ਇਹ ਵੀ ਮੈਂ ਮੰਨਦੀ ਹਾਂ ਜਿਉਂਦੇ ਸ਼ਹੀਦ ਨੇ ਜੀ। ਮੁਸੀਬਤਾਂ ਝੇਲ ਕੇ ਸਹਿਕਦੇ ਪਏ ਨੇ ਜੀ ਜੀ। ਸੋ ਮੈਮ, ਅਸੀਂ ਆਸ ਕਰਦੇ ਹਾਂ ਕਿ ਵੀ ਤੁਹਾਡੀ ਜਿਹੜੀ ਇੱਕ ਬਹੁਤ ਹੀ ਜਲਦ ਆਉਣ ਵਾਲੀ ਪੁਸਤਕ ਹੈ, ਇਸ ਸਮੇਂ ਜਿਹੜਾ ਕਿ ਅੰਡਰ ਪਬਲਿਕੇਸ਼ਨ ਹੈ, ਸੋ ਉਹ ਵੀ ਬਹੁਤ ਹੀ ਜਲਦੀ ਸਾਡੇ ਦਰਸ਼ਕਾਂ ਦੇ, ਸਾਡੇ ਪਾਠਕਾਂ ਦੀ ਝੋਲੀ ਤੁਸੀਂ ਪਾਓਗੇ। ਸੋ ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਕੁਝ ਸਮਾਂ ਸਾਡੇ ਦਰਸ਼ਕਾਂ ਲਈ ਕੱਢਿਆ, ਸਾਡੇ ਸਟੂਡੀਓ ਵਿੱਚ ਆਏ, ਸਾਡੇ ਸੱਦੇ ਨੂੰ ਕਬੂਲ ਕੀਤਾ। ਸੋ ਉਸ ਸਭ ਲਈ ਅਸੀਂ ਤੁਹਾਡੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਧੰਨਵਾਦ ਜੀ ਜੀ। ਸੋ ਦੋਸਤੋ,